Hey friends, I'm hoping you're finding these videos very helpful. We have Sardar Gaurav Singh here again, and in our first series of videos, we discussed trade, and we want to get into healthcare now. Healthcare is an issue that is very passionate on both sides, on the Democrat side as well as the Republican side. I think the Republicans have made it very clear multiple times that Obamacare, or officially the name is the Affordable Care Act, it's referred to as Obamacare, either condescendingly by its critics, and Obama has accepted it as something that he's proud of and he doesn't want to run away from it. But Obamacare is something that has been attributed as one of the big successes of the current administration. Hillary Clinton is behind it. We want to get positions clear for each candidate as it relates to the Affordable Care Act or Obamacare, or if the candidates are going a step further, which is the case for Bernie Sanders. He's talking about a single payer system. So really quick, Gaurav, can you explain to us what Obamacare has done? What was the difference that Obamacare has brought to the healthcare in America? Okay, sure. First thing, facts, right? Before the Affordable Care Act was put together, Obamacare implement ਹੋਣ ਤੋਂ ਪਹਿਲਾਂ tens of millions of people ਉਹਨਾਂ ਦੀ healthcare coverage ਨਹੀਂ ਸੀਗੀ, ਜਾਂ ਜਿਨ੍ਹਾਂ ਕੋਲ ਸੀਗੀ ਉਹ ਘੱਟ ਸੀਗੀ. What that means is ਕਿ ਤੁਸੀਂ ਜੇ ਡਾਕਟਰ ਕੋਲ ਜਾਂਦੇ ਹੋ ਤੁਸੀਂ ਆਪਣੀ ਕੋਪੇ ਦਿੰਦੇ ਹੋ. ਲੋਕਾਂ ਨੂੰ ਕੋਪੇ ਦਾ ਬਹੁਤਾ ਫਿਕਰ ਹੁੰਦਾ, ਪਰ ਐਕਚੁਅਲੀ ਕੋਪੇ ਤਾਂ ਬਹੁਤ ਘੱਟ, 10, 20, 50 ਡਾਲਰ ਦੀ ਹੋਊਗੀ. ਹੁੰਦਾ ਇਹ ਹੈ ਕਿ ਵੀ ਉਦੋਂ ਬਾਅਦ ਜਿਹੜਾ ਬਿੱਲ ਆਉਂਦਾ ਉਹ ਕੋ ਇੰਸ਼ੋਰੈਂਸ ਤੁਹਾਡੀ ਹੁੰਦੀ ਹੈ, ਜਿਹੜਾ ਕਿ ਬਿੱਲ ਕਾਫੀ ਹੋ ਸਕਦਾ ਹੈ. ਸੋ ਇਸ ਕਰਕੇ ਜਿਨ੍ਹਾਂ ਕੋਲ ਹੈ ਵੀ ਇੰਸ਼ੋਰੈਂਸ ਉਹ ਵਰਤਦੇ ਨਹੀਂ ਸੀਗੇ ਬਹੁਤੀ. ਸੋ ਹੁੰਦਾ ਇਹ ਕਿ ਜੇ ਆਪਾਂ ਸਟੈਪ ਇੱਕ ਪਿੱਛੇ ਲਾ ਕੇ ਦੇਖੀਏ ਨਾ ਇਹਨੂੰ, ਕਿ ਪਹਿਲੀ ਗੱਲ ਕਿ ਕੀ ਹੈਲਥ ਕੇਅਰ ਜ਼ਰੂਰੀ ਹੈ ਜਾਂ ਨਹੀਂ, ਠੀਕ ਹੈ. ਅਤੇ ਮੇਰਾ ਖਿਆਲ ਹੈ ਅਕਰੋਸ ਪਾਰਟੀ ਲਾਈਨਸ ਲੋਕੀ ਕਹਿਣਗੇ ਵੀ ਹੋਣੀ ਚਾਹੀਦੀ ਹੈ. ਅਤੇ ਕਿਉਂ ਮੈਂ ਤੁਹਾਨੂੰ ਦੱਸ ਦਿੰਦਾ, ਕਿਉਂਕਿ ਮੈਂ ਇਹਨੂੰ ਜਿਹੜਾ ਆਪਣੀ ਐਕਸਪਰਟੀਜ਼ ਜਿਹੜੀ ਹੈ ਇਕਨੋਮਿਕਲੀ ਮੈਨੂੰ ਦੇਖ ਰਿਹਾ ਹੈਗਾ. ਇਕਨੋਮਿਕਸ ਦੇ ਮੁਤਾਬਕ ਹੋਏਗਾ ਕਿ ਜੇ ਫਰਜ਼ ਕਰੋ ਮੇਰੇ ਕੋਲ ਇੰਸ਼ੋਰੈਂਸ ਨਹੀਂ ਹੈ ਅਤੇ ਮੈਂ ਹੁਣ ਡਾਕਟਰ ਕੋਲ ਜਾਂਦਾ ਨਹੀਂ, ਇਹਦਾ ਮਤਲਬ ਮੇਰੀ ਜਿਹੜੀ ਹੈਲਥ ਉਹ ਸਸਪੈਕਟ ਹੈ. ਮਤਲਬ ਕਿ ਹੋ ਸਕਦਾ ਕਿ ਹੈਲਥੀ ਹੋਵਾਂ, ਹੋ ਸਕਦਾ ਕਿ ਨਾ ਹੋਵਾਂ, ਪਰ ਮੈਂ ਆਪਣਾ ਖਿਆਲ ਨਹੀਂ ਕਰ ਰਿਹਾ ਅਤੇ ਹਰ ਵਾਰੀ ਮੈਨੂੰ ਜਾ ਕੇ ਡਾਕਟਰ ਚੈੱਕ ਵੀ ਨਹੀਂ ਕਰਦਾ. ਅਤੇ ਮੈਂ ਡਾਕਟਰ ਕੋਲ ਕਦੋਂ ਜਾਊਂਗਾ? ਜਦੋਂ ਮੈਂ ਬਿਲਕੁਲ ਬਿਮਾਰ ਹੋ ਜਾਵਾਂ ਅਤੇ ਮੇਰੇ ਕੋਲ ਕੋਈ ਚਾਰਾ ਨਾ ਹੋਵੇ, ਅਤੇ ਉਸ ਵੇਲੇ ਮੈਂ ਕਿੱਥੇ ਜਾਊਂਗਾ? ਕਿਉਂਕਿ ਮੇਰੇ ਕੋਲ ਡਾਕਟਰ ਤਾਂ ਹੈ ਨਹੀਂ, ਕਿਉਂਕਿ ਇੰਸ਼ੋਰੈਂਸ ਹੈ ਨਹੀਂ. ਮੈਂ ਐਮਰਜੈਂਸੀ ਰੂਮ ਜਾਵਾਂਗਾ, ਅਤੇ ਐਮਰਜੈਂਸੀ ਰੂਮ ਜਾਵਾਂਗਾ ਜਿੱਥੇ ਇੱਕ ਪਿੱਲ ਜਿਹੜੀ $1 ਦੀ ਮਿਲਣੀ ਚਾਹੀਦੀ ਸੀਗੀ ਸ਼ਾਇਦ $100 ਦੀ ਮਿਲੂਗੀ, ਅਤੇ ਮੇਰੇ ਕੋਲ ਪੈਸਾ ਵੀ ਦੇਣ ਨੂੰ ਨਹੀਂ ਹੈਗਾ. ਅਤੇ ਮੈਂ ਦਵਾਈ ਲੈ ਲਈ, ਸਰਵਿਸ ਲੈ ਲਈ, ਅਤੇ ਮੈਂ ਘਰ ਨੂੰ ਚਲੇ ਗਿਆ. ਅਤੇ ਹੁਣ ਜਿਹੜਾ $100 ਜਾਂ $200 ਜਾਂ $1000 ਦਾ ਬਿੱਲ ਬਣਿਆ ਉਹ ਕਿਹਨੇ ਪੇ ਕਰਨਾ? ਉਹ ਸਾਰੇ ਟੈਕਸ ਪੇਅਰਸ ਨੇ ਪੇ ਕਰਨਾ, ਕਿਉਂਕਿ ਐਟ ਦੀ ਐਂਡ ਆਫ ਦ ਡੇ ਉਹ ਜਿਹੜੀ ਕਾਸਟ ਆ ਉਹ ਹਸਪੀਟਲ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਲੈਣੀ ਹੈ. ਸੋ ਜਿਹੜੇ ਬੰਦੇ ਪੇ ਕਰ ਰਹੇ ਨੇ ਉਹਨਾਂ ਨੂੰ ਚਾਰਜ ਹੋਊਗੀ, ਜਿਹੜੇ ਕਿ ਟੈਕਸ ਪੇਅਰਸ ਨੇ. ਸੋ ਇੱਕ ਤਰੀਕੇ ਨਾਲ ਤੁਸੀਂ ਅਤੇ ਮੈਂ ਪੇ ਕਰਾਂਗੇ ਹੀ ਕਰਾਂਗੇ, ਅਸੀਂ ਬਚ ਨਹੀਂ ਸਕਦੇ. Okay, so ਜ਼ਰੂਰੀ ਹੈ. So you're saying that the more people that are covered, the more people that are in the system, the cost will come down. ਬੇਸਿਕ ਇਕਨੋਮਿਕ ਪ੍ਰਿੰਸੀਪਲ, ਜਿਵੇਂ ਪਿਛਲੀ ਵਾਰੀ ਅਸੀਂ ਟ੍ਰੇਡ ਦੀ ਗੱਲ ਕੀਤੀ ਸੀਗੀ ਕਿ ਜਿੰਨੇ ਵੱਧ ਲੋਕੀ ਵਰਤ ਰਹੇ ਨੇ ਕਾਸਟ ਘੱਟ ਜਾਂਦੀ ਹੈ, ਰਾਈਟ? ਇਹਨੂੰ ਇਕੋਨਮੀ ਆਫ ਸਕੇਲ ਕਹਿੰਦੇ ਆ. ਸੋ ਐਸੈਂਸ਼ਲੀ ਜੇ ਤੁਸੀਂ ਇਸ ਪੱਖੋਂ ਦੇਖੋਗੇ ਉਹ ਇਹੀ ਹੈ ਕਿ ਵੀ ਜੇ ਵੈਸੇ ਇੰਸ਼ੋਰੈਂਸ ਪੱਖੋਂ ਕਿ ਹੁਣ ਤੁਹਾਡੇ ਲਈ ਅਤੇ ਮੇਰੇ ਲਈ ਗੱਡੀ ਦੀ ਇੰਸ਼ੋਰੈਂਸ ਕਰਾਉਣੀ ਜ਼ਰੂਰੀ ਹੈ. ਜ਼ਰੂਰੀ ਕਿਉਂ ਆ? ਐਕਚੁਅਲੀ ਸਾਡੇ ਕੋਲ ਚੋਇਸ ਨਹੀਂ ਹੈ, ਕਿਉਂਕਿ ਸਾਨੂੰ ਗਵਰਨਮੈਂਟ ਕਹਿੰਦੀ ਹੈ ਕਿ ਕਰਾਉਣੀ ਪਏਗੀ. ਕਿਉਂ ਕਰਕੇ ਕਰਾਉਣੀ ਪਏਗੀ? ਕਿ ਜੇ ਮੈਂ ਗੱਡੀ ਤੁਹਾਡੀ ਠੋਕਤੀ ਅਤੇ ਮੇਰੀ ਮਿਨੀਮਮ ਲਾਇਬਿਲਿਟੀ ਇੰਸ਼ੋਰੈਂਸ ਹੋਣੀ ਜ਼ਰੂਰੀ ਹੈ. ਕਿਉਂ? ਆਪਣੇ ਲਈ ਨਹੀਂ, ਤੁਹਾਡੇ ਲਈ, ਕਿਉਂਕਿ ਮੈਂ ਤੁਹਾਡੀ ਠੋਕਤੀ ਅਤੇ ਤੁਹਾਡੀ ਗੱਡੀ ਠੀਕ ਹੋਣੀ ਚਾਹੀਦੀ ਹੈ. ਇਹ ਇੰਪੋਰਟੈਂਟ ਕੰਮ ਹੈ. ਮੇਰੀ ਹੋਏ ਨਾ ਹੋਏ, ਪਰ ਮੈਂ ਤੁਹਾਨੂੰ ਨਾ ਹਰਟ ਕਰ ਦੇਵਾਂ, ਮੈਂ ਸੁਸਾਇਟੀ ਨੂੰ ਹਰਟ ਨਾ ਕਰ ਦੇਵਾਂ. ਇਸ ਕਰਕੇ ਮਿਨੀਮਮ ਲਾਇਬਿਲਿਟੀ ਇੰਸ਼ੋਰੈਂਸ ਹੋਣੀ ਜ਼ਰੂਰੀ ਹੈ, ਠੀਕ ਹੈ. ਸਿਮਿਲਰਲੀ ਹੈਲਥ ਵਿੱਚ ਹੁਣ ਜੇ ਮਿਨੀਮਮ ਲਾਇਬਿਲਿਟੀ ਨਾ ਹੋਏ ਮੇਰੇ ਕੋਲ ਅਤੇ ਮੈਂ ਬਿਮਾਰ ਹੋ ਜਾਵਾਂ, ਅਤੇ ਮੈਂ ਤਾਂ ਐਮਰਜੈਂਸੀ ਰੂਮ ਜਾਵਾਂਗਾ, ਪਰ ਬਿੱਲ ਸਾਰਿਆਂ ਨੂੰ ਪੇ ਕਰਨਾ ਪੈਣਾ. Okay, so the ambitions of the Affordable Care Act were to get more people covered, because there are millions, tens of millions of Americans who were not covered, did not have health insurance. The costs are also high. So those were the two motivations behind the Affordable Care Act. Has the Affordable Care Act, how many people have now become covered as a result of this act, and have costs come down? Yes, so ਗੱਲ ਇਹ ਹੈ ਕਿ ਕਈ ਲੋਕਾਂ ਨੂੰ I think the number is disputable, but I think 16 ਮਿਲੀਅਨ ਕਹਿੰਦੇ ਨੇ ਕਿ 16 ਮਿਲੀਅਨ ਕੀ ਉਸ ਤੋਂ ਵੱਧ ਲੋਕਾਂ ਨੂੰ ਇੰਸ਼ੋਰੈਂਸ ਕਵਰੇਜ ਮਿਲ ਗਈ ਹੈ.
ਇਹ ਗੱਲ ਠੀਕ ਹੈ ਕਿਉਂਕਿ ਮਿਲ ਗਈ ਹੈ ਕਿਉਂਕਿ ਐਕਸਪੈਂਡ ਕੀਤਾ ਗਿਆ ਬੇਸ ਦੂਜੀ ਗੱਲ ਇਹ ਵੀ ਆ ਕਿ ਇੰਨੀ ਜ਼ਿਆਦਾ ਐਕਸਪੈਂਸਿਵ ਕਿਉਂ ਆ ਇੰਸ਼ੋਰੈਂਸ ਕਿਉਂਕਿ ਇੰਸ਼ੋਰੈਂਸ ਲੈਣ ਜਾਂਦਾ ਕੌਣ ਹੈ ਜ਼ਿਆਦਾਤਰ ਜਿਹਨੂੰ ਲੋੜ ਹੈ ਕਿਉਂਕਿ ਕਾਸਟ ਪੈਂਦੀ ਹੈ ਨਾ ਸੋ ਜਿਹੜੇ ਯੰਗ ਨੇ ਜਿਹੜੇ ਹੈਲਥੀ ਨੇ ਉਹਨਾਂ ਨੂੰ ਲੱਗਦਾ ਵੀ ਕਿ ਸਾਨੂੰ ਤਾਂ ਕੁਝ ਹੋਣਾ ਹੀ ਨਹੀਂ ਤੇ ਫਿਰ ਅਸੀਂ ਇੰਸ਼ੋਰੈਂਸ ਕਾਹਨੂੰ ਲਈਏ ਤੇ ਉਹ ਇਸ ਪੱਖੋਂ ਠੀਕ ਵੀ ਨੇ ਕਿਉਂਕਿ ਉਹਨਾਂ ਨੂੰ ਘੱਟ ਹੋਣਾ ਕੁਝ ਬਟ ਗੱਲ ਇਹ ਹੈ ਕਿ ਜਦ ਤੱਕ ਉਹ ਪੂਲ ਵਿੱਚ ਨਹੀਂ ਆਉਂਦੇ ਹੈਲਥੀ ਬੰਦੇ ਪੂਲ 'ਚ ਨਹੀਂ ਆਉਂਦੇ ਤੇ ਬਿਮਾਰ ਬੰਦੇ ਪੂਲ 'ਚ ਨੇ ਸੋ ਇੰਸ਼ੋਰੈਂਸ ਦਾ ਪ੍ਰਾਈਸ ਉੱਪਰ ਹੈ ਸੋ ਕਨਸੈਪਚੁਅਲੀ ਜਿਹਨੂੰ ਦੇਖਿਆ ਜਾਵੇ ਤੇ ਜੇ ਹੈਲਥੀ ਲੋਕ ਪੂਲ 'ਚ ਲਿਆਉਂਗੇ ਤੇ ਓਵਰਆਲ ਪੂਲ ਹੈਲਥੀ ਹੋ ਜਾਏਗਾ ਥੋੜਾ ਜਿਹਾ ਰਾਈਟ ਮਤਲਬ ਬਿਮਾਰ ਲੋਕਾਂ ਦੀ ਘੱਟ ਜਾਣੀ ਥੋੜੀ ਜੀ ਪੋਪੂਲੇਸ਼ਨ ਸੋ ਐਸੈਂਸ਼ਲੀ ਕਾਸਟ ਉਸ ਪੱਖੋਂ ਘੱਟ ਜਾਏਗੀ theoretically that makes sense and that is what ought to happen there are a couple of things though ਬੜੇ ਲੋਕਾਂ ਨੂੰ ਕਵਰੇਜ ਮਿਲੀ ਆ ਬਟ ਦ ਡਿਫਰੈਂਸ ਇਜ਼ ਕਿ ਹੁਣ ਤੁਸੀਂ ਸਿਸਟਮ ਨੂੰ ਚੇਂਜ ਨਹੀਂ ਕੀਤਾ ਤੁਸੀਂ ਸਿਰਫ ਕੁਝ ਲੋਕਾਂ ਨੂੰ ਐਡ ਕੀਤਾ ਸਿਸਟਮ ਦੇ ਵਿੱਚ ਸ਼ਾਰਟ ਟਰਮ ਉਹਦੇ ਐਕਸਪੈਂਸਿਸ ਵਧਣਗੇ ਬਿਕਾਜ਼ ਐਕਚੁਅਲੀ ਸਿਸਟਮ ਨਹੀਂ ਚੇਂਜ ਹੋਇਆ ਸਾਡਾ ਸਿਸਟਮ ਆਫ ਹੈਲਥ ਇਜ਼ ਅ ਫੋਰ ਪ੍ਰੋਫਿਟ ਇੰਡਸਟਰੀ which is not the case in many other countries. So when the entire thing is driven by profit, kind of like the trade we were talking about, the system is to get people in. It's not about prevention as such, which maybe if everyone had insurance and they were regularly going to doctors, they would be healthier and they wouldn't need to go only when needed and then it cost more. And at the end of the day, there's maybe a couple of other ways to look at it is he control kaun kar raha hai te fayda kida ho raha hai. And what purpose, if any, is being served by the health insurance industry ਜਿਹੜੀ ਵਿੱਚ ਹੈ ਕਿਉਂਕਿ ਇੱਕ ਤਾਂ ਹੈਗਾ ਜਿਹੜਾ ਪੇਸ਼ੈਂਟ ਹੈ ਦੂਜਾ ਹੈਗਾ ਡਾਕਟਰ ਜਿਹੜਾ ਕਹਿ ਸਕਦੇ ਹੋ ਬਿਜ਼ਨਸ ਜਾਂ ਕਿ ਵੱਡੇ ਲੈਵਲ ਤੇ ਹਸਪੀਟਲਸ ਰਾਈਟ ਪਰ ਇਹ ਵਿੱਚ ਇੱਕ ਪੂਰੀ ਲੇਅਰ ਜਿਹੜੀ ਹੈਗੀ ਹੈ ਉਹ ਐਗਜ਼ੈਕਟਲੀ ਵੈਲਿਊ ਕੀ ਐਡ ਕਰ ਰਹੇ ਨੇ ਕਿਉਂਕਿ ਉਹਨਾਂ ਥਰੂ ਜਾਣਾ ਪੈ ਰਿਹਾ ਸਾਰਿਆਂ ਨੂੰ ਤੇ ਪੈਸੇ ਉਹਨਾਂ ਕੋਲ ਜਾ ਰਹੇ ਨੇ ਤੇ ਉਹ ਡਿਸਾਈਡ ਕਰ ਰਹੇ ਨੇ ਕਿ ਡਾਕਟਰ ਨੂੰ ਕਿੰਨਾ ਦੇਣਾ ਤੇ ਜਾਂ ਮੈਨੂੰ ਜਿਹੜੀ ਚੀਜ਼ ਦੀ ਲੋੜ ਆ ਉਹ ਡਾਕਟਰ ਦੇ ਸਕਦਾ ਮੈਨੂੰ ਜਾਂ ਨਹੀਂ ਇਹ ਹੈਲਥ ਕੇਅਰ ਇੰਡਸਟਰੀ ਦੇ ਵਿੱਚ ਜਿਹੜੀ ਇੰਸ਼ੋਰੈਂਸ ਇੰਡਸਟਰੀਜ਼ ਨੇ ਉਹ ਡਿਸਾਈਡ ਕਰ ਰਹੀਆਂ ਨੇ ਸੋ ਦੋਜ਼ ਆਰ ਦ ਟਰਮਸ ਆਫ ਦ ਡਿਬੇਟ ਇਹ ਪਲੇਅਰਸ ਜਿਹੜੇ ਬੈਠੇ ਹੋਏ ਆ ਐਂਡ ਆਫ ਕੋਰਸ ਦੇਰ ਇਜ਼ ਅ ਹੋਲ ਫਾਰਮਾਸਿਊਟੀਕਲ ਇੰਡਸਟਰੀ and big business that's behind it as well. Okay, so right now in America, the healthcare is private. Yes. So there are private insurance companies that individuals, either through their employer or on their own, go to and they get health insurance. So the Obamacare or the Affordable Care Act is mandating that you must be insured. Is that correct? To some extent. I think ਕਈ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ yes that's the case but that's not the case because ਜੇ ਤੁਸੀਂ ਨਹੀਂ ਕਰਦੇ ਹੋ ਤਾਂ there is a small penalty and it's not a big enough penalty ਕਿ ਤੁਹਾਨੂੰ ਫੋਰਸ ਕਰੋਗੇ ਕਿ ਤੁਸੀਂ ਲਓਗੇ so in a way yes but not really also it's not entirely for profit because Medicare is a whole section for people who are retired and then there's Medicaid for people who can't afford to buy right? Which are government programs. Yeah, so healthcare is not entirely private. It also has a big government component already, and that's socialized essentially. Okay, so the Affordable Care Act is something. So the point of these videos is to understand the positions of the candidates and the political parties. On the Republican side, Ted Cruz and Donald Trump, they want to strike down the Affordable Care Act. That's clear. On the Democrat side, Hillary Clinton supports Obamacare, but Bernie Sanders wants to go a step further of a single payer system. Can you tell the viewers and myself what is a single payer and what impact it may have, positive or negative, to the current state of healthcare in America? ठीक है. So actually, single payer ਦੀ ਗੱਲ ਕਰਨ ਲਈ ਨਾ ਇਹ ਸਮਝਣਾ ਪਏਗਾ ਕਿ ਇਸ ਵੇਲੇ payer ਕੌਣ ਹੈ, right? ਕਿਉਂਕਿ ਇਸ ਵੇਲੇ single payer ਤਾਂ ਨਹੀਂ ਹੈ. ਇਹ ਗੱਲ ਤੇ ਹੈ ਕਿਉਂਕਿ ਗਵਰਨਮੈਂਟ ਇੱਕ ਪਾਸੇ ਮੈਡੀਕੇਅਰ ਤੇ ਮੈਡੀਕੇਡ ਨੂੰ ਪੇ ਕਰਦੀ ਹੈਗੀ ਹੈ ਦੂਜੇ ਪਾਸੇ ਯੂ ਗਾਟ ਆਲ ਥੀਸ ਹੈਲਥ ਇੰਸ਼ੋਰੈਂਸ ਕੰਪਨੀਜ਼ ਉਹ ਐਸੈਂਸ਼ਲੀ ਕੰਟਰੋਲ ਕਰ ਰਹੀਆਂ ਨੇ ਕਿ ਪੇਮੈਂਟ ਕਿੱਥੇ ਜਾ ਰਹੀ ਹੈ ਸੋ ਦੇਰ ਇਜ਼ ਮਲਟੀਪਲ ਪਲੇਅਰਸ ਇਨ ਦ ਗੇਮ ਨਾਓ ਜੇ ਮੈਂ ਫ੍ਰੀ ਟ੍ਰੇਡ ਦੀ ਗੱਲ ਕੀਤੀ ਸੀਗੀ ਥਿਓਰੈਟਿਕਲੀ ਜੇ ਫ੍ਰੀ ਮਾਰਕੀਟ ਪਲੇ ਕਰੂਗੀ ਤੇ ਉਹਦੇ ਵਿੱਚ ਇਟ ਕੁਡ ਹੈਵ ਸਰਟਨ ਇਕਨੋਮੀਜ਼ ਸਕੇਲ ਜਿਹਦੇ ਵਿੱਚ ਉਹ ਐਕਚੁਅਲੀ ਕਾਸਟ ਹੋ ਸਕਦੀ ਹੈ ਥੱਲੇ ਬਟ ਜਨਰਲੀ ਹੁੰਦਾ ਨਹੀਂ ਹੈ ਕਿਉਂਕਿ ਕੋਈ ਵੀ ਥਿਓਰੀ ਪੱਕੀ ਕੰਮ ਨਹੀਂ ਕਰਦੀ ਕਿਉਂਕਿ ਬੰਦੇ ਹੀ ਹੈਗੇ ਆ ਦੀ ਐਂਡ ਆਫ ਦ ਡੇ ਐਂਡ ਆਰ ਸੈਲਫ ਇੰਟਰਸਟ ਗੈਟਸ ਇਨ ਦ ਵੇ So right now, essentially what single payer means कि rather than having all these different players ਜਿਹੜੇ control ਕਰ ਲੈਂਦੇ ਆ ਜਿਵੇਂ ਕਿ OPEC ਹੈ ਉਹ control ਕਰ ਲੈਂਦੀ ਹੈ price of gas ਜਾਂ oil and ਉਹਦੇ ਕਰਕੇ ਸਾਡੇ ਰੇਟ ਵੱਧ ਜਾਂਦੇ ਆ
ਇੱਥੇ ਕੋਈ ਕੰਟਰੋਲ ਨਾ ਕਰ ਰਿਹਾ ਹੋਵੇ, ਜਿਵੇਂ ਕਿ ਗਵਰਨਮੈਂਟ ਦੇ ਵਿੱਚ ਆਉਣ ਨਾਲ ਕਹਿ ਸਕਦੇ ਹੋ ਰੈਗੂਲੇਸ਼ਨਸ ਦੇ ਨਾਲ ਨੈਗੇਟਿਵ ਐਕਸਟਰਨੈਲਿਟੀਜ਼ ਆਉਂਦੀਆਂ ਨੇ ਮਾਰਕੀਟ ਦੇ ਵਿੱਚ, ਉਵੇਂ ਹੀ ਜੇ ਪਲੇਅਰਸ ਹੈਗੇ ਆ ਉਹ ਘੱਟ ਹੋਣ ਤੇ ਉਹ ਕੰਟਰੋਲ ਕਰਦੇ ਨੇ ਤੇ ਉਹਦੇ ਨਾਲ ਵੀ ਬੜਾ ਨੈਗੇਟਿਵ ਹੋ ਜਾਂਦਾ ਤੇ ਲੋਕਾਂ ਦੀ ਕਾਸਟ ਵੱਧ ਜਾਂਦੀ ਹੈ, ਉਹਨਾਂ ਦਾ ਪ੍ਰੋਫਿਟ ਵੱਧ ਜਾਂਦਾ, ਰਾਈਟ? ਸੋ essentially competition is good only if it's clean and it's efficient. But ਜੇ ਉਹ ਨਾ ਹੋਵੇ ਤੇ ਹੁੰਦੀ ਨਹੀਂ in the real world, right? So that's the issue. So ਮੈਂ ਇਸ ਪੱਖੋਂ ਨਹੀਂ ਕਹਿ ਰਿਹਾ ਕਿ ਵੀ ਕੰਪੀਟੀਸ਼ਨ ਹੋਣੀ ਚਾਹੀਦੀ ਹੈ, ਕੰਪੀਟੀਸ਼ਨ ਨਹੀਂ ਹੋਣੀ ਚਾਹੀਦੀ। ਪੁਆਇੰਟ ਇਜ਼ ਕਿ ਸਾਰਿਆਂ ਕੋਲ ਹੈਲਥ ਕੇਅਰ ਹੋਣੀ ਚਾਹੀਦੀ ਹੈ, ਇਸ ਗੱਲ ਨਾਲ ਕੋਈ ਡਿਸਐਗਰੀ ਨਹੀਂ ਕਰਦਾ। ਸੋ ਗੱਲ ਇਹ ਹੈ ਕਿ what is the most efficient way to get that to happen, ਠੀਕ ਹੈ? ਤੇ ਹੈਲਥ ਕੇਅਰ ਮਿਲ ਜਾਏ ਲੋਕਾਂ ਨੂੰ ਤੇ ਜਿਹੜੀ ਟੋਟਲ ਕਾਸਟ ਸਾਨੂੰ ਪੈ ਰਹੀ ਹੈ ਉਹ ਘੱਟ ਹੋਏ, ਬਿਕਾਜ਼ ਐਵਰੀਬਡੀ ਐਗਰੀਜ਼ ਕਿ ਹੈਲਥ ਕੇਅਰ ਦੀ ਕਾਸਟ ਇਜ਼ the scope is way too big, and ਉਹ ਵੱਧਦੀ ਜਾ ਰਹੀ ਹੈ, and it has a massive impact on our debt, on people's quality of life, right? So in the wealthy country ਹੋਣ ਦੇ ਬਾਵਜੂਦ ਸਾਡੇ ਕੋਲ ਹੈ ਨਹੀਂ, so there are people who are saying that rather than going to all these different places and getting everybody involved, what if there is one payer, a single payer, which is the government, because most efficiently supposedly if you're working for public good, ਜੇ ਤੁਸੀਂ ਤੁਹਾਡਾ ਕੰਮ ਲੋਕਾਂ ਦੇ ਹਿੱਤ ਚ ਲਈ ਕਰਨਾ ਹੈਗਾ ਤੇ ਉਹ ਗਵਰਨਮੈਂਟ ਹੀ ਕਰੂਗੀ ਨਾ, ਇਕੱਲੇ ਕੰਪਨੀ ਨੂੰ ਦਿਓਗੇ ਤੇ ਫਿਰ ਸ਼ੇਅਰ ਹੋਲਡਰ ਲਈ ਕਰਨਾ ਪੈਣਾ, ਇਹ ਆਪਾਂ ਗੱਲ ਟ੍ਰੇਡ ਦੀ ਕੀਤੀ ਸੀਗੀ। So that's basically what single payer means, is ਕਿ you have one go-to person rather than having Blue Cross Blue Shield, Humana ਤੇ United Health and ਇਹ ਵੱਖਰੀ ਕੰਪਨੀਆਂ ਜਿਹੜੀਆਂ ਨੇ ਉਹ ਕੰਟਰੋਲ ਕਰਨ, ਇੱਕੋ ਹੀ ਇੱਕ ਹੋਵੇ ਜਿਨ੍ਹਾਂ ਦਾ ਕੰਮ ਸ਼ੇਅਰ ਹੋਲਡਰ ਨੂੰ ਰਿਪੋਰਟ ਕਰਨਾ ਨਹੀਂ ਹੈਗਾ, ਉਹ ਬੇਸਿਕਲੀ ਕਿਉਂਕਿ ਲੋਕਾਂ ਦੇ ਹਿੱਤ ਲਈ ਕਰਨਗੇ supposedly ਤੇ ਉਹ ਬਿਹਤਰ ਰਿਜ਼ਲਟ ਲਿਆਉਗੀ। So this is so the single payer system is equivalent to what's being done in Canada, in England, and other Western nations. That's something that Bernie Sanders has been talking about a lot, is that when it comes to developed nations of the world, America is far behind in healthcare. So a single payer system is basically a government administered healthcare program, like which already we have a little piece, a sample of in Medicare and Medicaid, as you pointed out. But this is now, because Obamacare, like you said, took it one step further, and we're now 16 million or so more Americans are insured, but not all. Not all. So Bernie's talking about every person in the United States of America, a developed country, which is one of the richest countries in the world, one of the biggest economy in the world, needs to have every person living in this country needs to have health care. Yep. So he's talking about that. He's saying it's a right. Most other candidates are not calling it a right. And actually, let me just back up a little bit and give credit to Hillary Clinton. Because in the 90s, actually it was Hillary Clinton ਜਿਹੜੀ ਇਸ ਨੂੰ ਲੀਡ ਕਰ ਰਹੀ ਸੀਗੀ, and ਜਿਹੜਾ health care for all, and ਉਹ ਬਹੁਤ unsuccessful ਹੋਇਆ. Republicans came after her, they attacked her viciously, and they went after her. The pharmaceutical industry and others went after her. So ਉਸ ਵੇਲੇ ਉਸ ਦੀ ਪੋਜੀਸ਼ਨ ਸੀਗੀ ਕਿ ਇਹ ਬਹੁਤ ਜ਼ਰੂਰੀ ਆ and ਇਹ ਸਾਰਿਆਂ ਲਈ ਹੋਣਾ ਚਾਹੀਦਾ ਹੈ, which also makes sense because ਸਾਰੇ ਕਹਿੰਦੇ ਨੇ ਕਿ ਕਾਸਟ ਥੱਲੇ ਲਿਆਣੀ ਹੈ and ਸਾਰਿਆਂ ਨੂੰ ਕਵਰੇਜ ਹੋਣੀ ਚਾਹੀਦੀ ਹੈ, everybody agrees on that. So question ਇਹ ਸੀਗਾ ਕਿ ਵੀ ਉਹ ਇਸ ਦੇ ਨਾਲ ਖੜੀ ਸੀਗੀ and she was fighting for it, but she lost and she paid a heavy price for it. So what I'm also seeing now is after all these years is ਕਿ ਜਿਵੇਂ ਕਿ ਵੀ ਹੁਣ ਕਿਸੇ ਨੂੰ ਕਾਫੀ ਮਾਰ ਪਈ ਹੈ politically, ਤੇ ਉਸਨੇ ਲੈਸਨ ਇਹ ਸਿੱਖਿਆ ਹੈਗਾ ਕਿ ਵੀ ਹੁਣ ਜਿਹੜਾ ਓਬਾਮਾ ਕੇਅਰ ਹੈ ਆਪਾਂ ਉੱਤੇ ਰਹਿਣ ਦਈਏ, ਕਿੰਨਾ ਕੰਮ ਹੋ ਗਿਆ। Why? Because Republicans have tried to repeal it more than 50 times. And failed. Because ਉਹ ਨਹੀਂ ਹੋਣਾ, because the president will veto it. ਉਹ ਭਾਵੇਂ ਪਾਸ ਕਰ ਵੀ ਦੇਣ ਤਾਂ veto ਹੋ ਜਾਊਗਾ। So speaking of the Republicans, so on the Democratic side, I think it's very clear Hillary Clinton is she's behind Obamacare, but she hasn't spoken of taking to the next step of a single payer system. Bernie Sanders has. But on the Republican side, because they are about smaller government, at least in what that's kind of the philosophy that they're standing on. Smaller government, so single payer system is out of the question for them. Their basic stand is that you have smaller government because when it comes to government, there's a lot of waste, there's inefficiencies when the government is running stuff, and they point to Medicare and Medicaid, how there's abuse there and inefficiencies there. What would you say about that, the other stand, which is, okay, now you're just asking for bigger government. Now the government is going to administer our health care. Well, can you speak to that? No, I think they have a point that governments are not known to be efficient, right? But ਇਹਦੇ ਵਿੱਚ ਨਾ ਇੱਕ ਹੋਰ ਵੀ ਸੱਚ ਲੁਕਿਆ ਹੋਇਆ ਹੈ। Assumption ਹੁੰਦੀ ਹੈ ਕਿ private companies efficient ਹੁੰਦੀਆਂ ਨੇ,
ਸੋ ਆਈ ਡੋਨਟ ਨੋ ਤੁਸੀਂ ਕਿੰਨੀ ਕੁ ਵਾਰੀ ਕਾਲ ਕੀਤੀ ਹੈਗੀ ਹੈ ਐਂਡ ਮੈਂ ਦਰਸ਼ਕਾਂ ਨੂੰ ਪੁੱਛਾਂਗਾ ਕਿ ਤੁਸੀਂ ਆਪ ਆਪਣੇ ਜੀਵਨ 'ਚ ਦੇਖੋ ਕਿ ਤੁਹਾਨੂੰ ਕਿੰਨੀ ਕੁ ਵਾਰੀ ਕਾਲ ਕਰਨੀ ਪਈ ਹੈ ਬਲੂ ਕ੍ਰਾਸ ਬਲੂ ਸ਼ੀਲਡ ਹੋਵੇ ਜਾਂ ਹਿਊਮੈਨਾ ਹੋਵੇ ਜਾਂ ਹੋਰਾਂ ਨੂੰ ਪੁੱਛਣ ਲਈ ਕਿ ਵੀ ਸਾਡੀ ਫੈਮਿਲੀ ਨੂੰ ਇਸ ਚੀਜ਼ ਦੀ ਲੋੜ ਆ ਤੇ ਮੈਂ ਹੁਣ ਆ ਲੈਣ ਜਾ ਰਿਹਾ ਤੇ ਮੈਨੂੰ ਐਡਾ ਵੱਡਾ ਬਿੱਲ ਕਿਉਂ ਆ ਗਿਆ ਇਹ ਕਵਰ ਕਿਉਂ ਨਹੀਂ ਹੋਇਆ ਬਿਕਾਜ਼ ਪ੍ਰਾਈਵੇਟ ਕੰਪਨੀ ਹੈਗੀ ਹੈ ਸਪੋਜ਼ਿਟਲੀ ਐਫੀਸ਼ੀਐਂਟ ਹੋਣੀ ਚਾਹੀਦੀ ਹੈ ਰਾਈਟ ਐਂਡ ਇਟ ਵੁੱਡ ਬੀ more so than a government. However, why do the prices keep going up? What's the check and balance? Right. Basically, ਸਾਡੇ government ਦਾ system ਜਿਹੜਾ checks and balance ਤੇ ਬਣਿਆ ਹੋਇਆ ਹੈ Right. private companies ਦੇ checks and balance ਕੀ ਹੈਗੇ ਨੇ ਕਿਉਂਕਿ private company ਜਿਹੜੀ ਹੈਗੀ ਹੈ by definition corporations ਜਿਹੜੀਆਂ ਨੇ ਉਹ ਕੋਸ਼ਿਸ਼ ਕਰ ਰਹੀਆਂ ਨੇ ਆਪਣੀ bottom line ਵਧਾਉਣ ਲਈ Right. ਪਰ ਅਜੀਬ ਗੱਲ ਇਹ ਹੈ let me back up a little bit because a lot of these health insurance companies they're not for profit companies for quote unquote. Actually, a lot of them call themselves non-profit. A lot of hospitals call themselves non-profit. Right. Yet the price continues to go up. Right? So essentially, neither system is perfect. Right. The question is, what is a priority? And if we all agree कि भी सारे नु coverage मिलनी चाहिए है, then we have to talk about, first of all, everyone has to be covered. Right? Which is not what everybody's talking about. Right. Everybody keeps saying कि नहीं हुन जिवें ओबामा केयर हैगा जिवें हिलरी कहंदे ने कि भी हुन ओबामा केयर है, she wants to keep it private. क्योंकि she says that essentially she tried to go the whole way, ਉਹ ਹੋਇਆ ਨਹੀਂ. But ਉਹਦੇ ਵਿੱਚ ਨਾ actually ਮੈਨੂੰ sour grapes ਲੱਗਦੇ ਆ ਥੋੜੇ ਜਿਹੇ because she worked very hard and she failed. That's not a reason not to go for something big, which you know and everybody knows and agrees that that is the objective. क्योंकि एक बार बंदा हार गया ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹਨੂੰ try ਨਹੀਂ ਕਰਨਾ क्योंकि this obviously works. Medicare, Medicaid work. Maybe not as efficiently. Maybe we can do something about the efficiency. However, everyone must have health care. There's no way around it. Because they will go to the emergency room and you and I will pay for it. Right. Well, I think the strong point that we can take is that healthcare being a right and what the Canada stands are in relation to that belief. We're living in one of the most developed countries in the world. Should we have to worry when we get ill? Should we have to worry about if it's going to be us dipping into our savings to go take our kids for an ear infection and other things? So I think this is a very important topic. I think we got a little taste of the different things being discussed by the various candidates when it comes to single payer, the Obamacare, and I hope that you take your time and go deeper into this topic, and I hope this video offers some insight. Thank you.